ਧੰਨ ਵਾਹਿਗੁਰੂ ਜੀਓ। ਗੂਜਰੀ श्री जयदेव जियो का पदा। घर चौथा एक ओंकार सत गुर प्रसाद। परमाद पुरख मनोपिमं सत आद भाव रतं। परमद पुथं परकृत परं जद चिंत सर्वगतं। केवल राम नाम मनोरमं बाद अमृत तत्मयं। न दनोत जस्मरणेन जन्म जराद मरण भयं। रहाव इच्छस जमाद पराभयं। जास स्वास्थ सुकृत कृतं। भाव भूत भाव समभ्यं परमं प्रसन्नमिदं। लोभाद दृष्ट पारगृहं जाद विध आचरणं। ताज सकल दुष्कृत दुर्मति भाज चक्रधार शरणं। हार भगत निज निह केवला रेद कर्मणा बचसा। जोगेन किं जगेन किं दानेन किं तपसा। गोबिंद गोबिंदेत जाप नार सकल सिद्ध पदं। जय देव आयो तास सफुटं भाव भूत सर्वगतं। वाहिगुरु जी का खालसा वाहिगुरु जी की फतेह। परम सत्कारयोग गुरु सवारी साध संगत जीओ। गरीब नवाज गुरु ग्रंथ साहिब महाराज जी दे पावन हजूर बड़ी एकाग्रता प्रेम सहित सज के आप जी ने गुरु महाराज की पावन बाणी के पाठ अते शब्द कीर्तन का लाहा प्राप्त किया है। सतगुरु की बख्शिश के पात्र बन के आप यतन कर रहे हाँ भगत साहिबान जी की उचारण की हुई मुबारक बाणी नूं महान सतपुरखों के उपदेश नूं लड़ीवार विचारण का, जिस तहत आप जी ने भगत जयदेव जी का उचारण किया होया पावन शब्द पदा पाठ के रूप में सुनिया है। भगत जयदेव जी के दो शब्द गुरु ग्रंथ साहब जी के दर्ज हैं। एक गुजरी राग विच जिसका आप जी ने पाठ सुनिया है अते दूसरा मारू राग विच। ये मुबारक शब्द 526 नंबर अंक उपर गुरु ग्रंथ साहब जी के अंदर राग गुजरी विच सुभायमान है। भगत जयदेव जी के इस मुबारक शब्द की जो शैली है जो शब्दावली है उस उत्ते संस्कृत का बहुतात विच प्रभाव है। सतगुरु महाराज का यह पावन शब्द आरंभ होंदा है गुजरी श्री जयदेव जीओ का पदा घर चौथा। राग गुजरी विच श्री जयदेव जी का ये पदा है घर चौथा चौथे घर विच। स्वर अते ताल नाल संबंधित इसनूं चौथे घर विच गाया जाना है अते गुजरी राग विच गाया जाना है। संखेप मंगलत चरण इस शब्द उपर सुभायमान है एक ओंकार सतगुर प्रसाद। एक हिंदसा लखायक है एक बजवीं सत्ता का जो सारे संसार को पैदा करने वाली चलाउण वाली खत्म करने वाली इस विच व्यापक है।
ਜੋ ਸਰਵ-ਵਿਆਪੀ ਹੈ, ਸਭਨਾਂ ਵਿੱਚ ਮੌਜੂਦ ਹੈ। ਸਤ ਤੋਂ ਭਾਵ ਹੈ ਸਦੀਵ ਕਾਲ ਕਾਇਮ ਰਹਿਣ ਵਾਲਾ। ਸੱਚੇ ਗੁਰੂ ਦੀ ਮਿਹਰ ਦੇ ਨਾਲ, ਪ੍ਰਸਾਦ ਦਾ ਭਾਵ ਹੈ ਬਖਸ਼ਿਸ਼ ਦੇ ਨਾਲ, ਗੁਰੂ ਦੇ ਅਨੁਭਵ ਨਾਲ ਜੁੜਿਆਂ ਜੀਵਨ ਉਸ ਦਾ ਅਹਿਸਾਸ, ਉਸ ਦੀ ਸੋਝੀ ਹੁੰਦੀ ਹੈ। ਇਹ ਜੋ ਪਾਵਨ ਪਦਾ ਹੈ, ਇਸ ਦੇ ਕੁੱਲ 5 ਬੰਦ ਨੇ। ਸ਼ਬਦਾਵਲੀ ਥੋੜ੍ਹੀ ਜਿਹੀ ਮਹਿੰਗੀ ਹੈ, ਕਿਉਂਕਿ ਸੰਸਕ੍ਰਿਤ ਦੇ ਸ਼ਬਦਾਂ ਨੂੰ ਇਸ ਵਿੱਚ ਬਹੁਤਾਤ ਵਿੱਚ ਜਗ੍ਹਾ ਮਿਲੀ ਹੈ। ਭਗਤ ਜੈਦੇਵ ਜੀ ਦਾ ਇਹ ਜੋ ਪਦਾ ਹੈ, ਇਸ ਨਾਲ ਰਲਦਾ ਹੋਇਆ ਹੂ ਬਹੂ ਇੱਕ ਸ਼ਬਦ ਸਾਹਿਬ ਸਤਿਗੁਰੂ ਗੁਰੂ ਨਾਨਕ ਮਹਾਰਾਜ ਦਾ ਗੁਜਰੀ ਰਾਗ ਵਿੱਚ ਸੁਭਾਇਮਾਨ ਹੈ, ਜਿਹੜਾ ਆਰੰਭ ਹੁੰਦਾ ਹੈ ਭਗਤ ਪ੍ਰੇਮ ਅਰਾਧਤੰ ਸਚ ਪਿਆਸ ਪਰਮਹਿਤੰ ਬਿਲਲਾਪ ਬਿਲਲ ਬਿਨੰਤੀਆ। ਇਹ ਸ਼ਬਦ ਜਿਹੜਾ ਹੈ, ਕਮਾਲ ਦੀ ਗੱਲ ਇਹ ਹੈ ਵੀ ਉਹ ਵੀ ਗੁਜਰੀ ਰਾਗ ਵਿੱਚ ਹੈ ਤੇ ਉਸ ਦੇ ਉੱਤੇ ਵੀ ਘਰ ਚੌਥਾ ਨਾਂ ਦਾ ਸਿਰਲੇਖ ਦਰਜ ਹੈ। ਦੋਵੇਂ ਸ਼ਬਦ ਗੁਜਰੀ ਰਾਗ ਵਿੱਚ ਨੇ, ਗੁਰੂ ਨਾਨਕ ਸਾਹਿਬ ਜੀ ਦਾ, ਭਗਤ ਜੈਦੇਵ ਜੀ ਦਾ। ਦੋਵਾਂ ਦੇ ਉੱਤੇ ਘਰ ਚੌਥਾ ਭਾਵ ਚੌਥੇ ਘਰ ਦਾ ਸੰਕੇਤ ਹੈ। ਤੇ ਫਿਰ ਦੋਵਾਂ ਦੀ ਬੋਲੀ ਸ਼ੈਲੀ ਵਿੱਚ ਵੀ ਮਿਲਾਪ ਹੈ ਤੇ ਵਿਸ਼ਾ ਵਸਤੂ ਵੀ ਇੱਕੋ ਜਿਹੀ ਹੈ ਤੇ ਕਈ ਸ਼ਬਦ ਵੀ ਆਪਸ ਵਿੱਚ ਰਲਦੇ ਹਨ। ਖੈਰ, ਅਸੀਂ ਭਗਤ ਜੀ ਦਾ ਇਹ ਮੁਬਾਰਕ ਸ਼ਬਦ ਆਰੰਭ ਕਰਦੇ ਹਾਂ ਰਹਾਉ ਦੇ ਬੰਦ ਤੋਂ, ਜਿਸ ਵਿੱਚ ਭਗਤ ਜੀ ਫਰਮਾਉਂਦੇ ਹਨ, ਕੇਵਲ ਰਾਮ ਨਾਮ ਮਨੋਰਮੰ। ਕੇਵਲ ਦਾ ਮਤਲਬ ਹੁੰਦਾ ਹੈ ਕੇਵਲ ਤੇ ਕੇਵਲ, ਭਾਵ ਜਿਸ ਨੂੰ ਅਸੀਂ ਕਹਿੰਦੇ ਹਾਂ ਕੇਵਲ ਇੱਕ ਚੀਜ਼ ਉੱਤੇ ਹੀ ਆਪਣੀ ਸੁਰਤ ਨੂੰ ਕੇਂਦਰ ਕਰਨਾ, ਸੱਜੇ ਖੱਬੇ ਨਾ ਹੋਣਾ, ਹੋਰ ਪਾਸੇ ਧਿਆਨ ਨਾ ਕਰਨਾ। ਆਖਦੇ ਨੇ ਕੇਵਲ ਤੇ ਕੇਵਲ, ਉਚੇਚ ਨਾਲ ਰਾਮ ਰਮੇ ਹੋਏ ਨਾਮ ਪਰਮੇਸ਼ਰ ਦੀ ਹੋਂਦ ਦਾ ਗਿਆਨ ਸੋਝੀ। ਕੇਵਲ ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ ਹੀ ਦ੍ਰਿੜ ਕਰ ਹੀ ਮਨੁੱਖ, ਹੋਰ ਕੋਈ ਕਰਮ ਕਰਨ ਦੀ ਜ਼ਰੂਰਤ ਨਹੀਂ। ਕਰਮ ਦਾ ਭਾਵ ਹੈ ਕੋਈ ਕਰਮ ਕਾਂਡ। ਧਰਮੀ ਹੋਣ ਲਈ, ਰੱਬ ਦੇ ਨੇੜੇ ਹੋਣ ਲਈ ਕਿਸੇ ਹੋਰ ਫੋਕਟ ਕਰਮ ਕਾਂਡੀ ਯਤਨ ਦੀ ਜ਼ਰੂਰਤ ਨਹੀਂ। ਮਨੋਰਮੰ ਦਾ ਭਾਵ ਹੈ ਮਨ ਨੂੰ ਮੋਹ ਲੈਣ ਵਾਲਾ, ਮਨ ਨੂੰ ਚੰਗਾ ਲੱਗਣ ਵਾਲਾ ਉਹ ਜੋ ਪਰਮੇਸ਼ਰ ਹੈ, ਜੋ ਸਰਵ-ਵਿਆਪੀ ਹੈ, ਸਭਨਾਂ ਵਿੱਚ ਮੌਜੂਦ ਹੈ, ਕੇਵਲ ਉਸ ਦੇ ਨਾਮ ਦਾ ਹੀ ਆਸਰਾ ਤੱਕ। ਬਦ ਅੰਮ੍ਰਿਤ ਤਤਮਯੰ। ਬਦ ਦਾ ਮਤਲਬ ਹੁੰਦਾ ਹੈ ਆਖ, ਕਹਿ, ਅਸੈਪਟ ਕਰ, ਜਪ, ਯਾਦ ਕਰ, ਦ੍ਰਿੜ ਕਰ। ਅੰਮ੍ਰਿਤ ਤਤਮਯੰ। ਅੰਮ੍ਰਿਤ ਤੋਂ ਭਾਵ ਹੈ ਨਾ ਮ੍ਰਿਤਿਉ ਹੈ, ਜਿਸ ਵਿੱਚ ਮ੍ਰਿਤਿਉ ਦਾ, ਮੌਤ ਦਾ ਅਭਾਵ ਹੈ। ਇਹਦਾ ਭਾਵ ਹੈ ਜੋ ਪਰਮੇਸ਼ਰ ਦਾ ਨਾਮ ਸਾਨੂੰ ਆਤਮਿਕ ਜੀਵਨ ਦਿੰਦਾ ਹੈ, ਅੰਦਰੂਨੀ ਜੀਵਨ ਦੀ ਦਾਤ ਬਖਸ਼ਿਸ਼ ਕਰਦਾ ਹੈ। ਤਤ ਜੋ ਸਭਨਾਂ ਦਾ ਮੂਲ ਹੈ। ਜਿਵੇਂ ਕਿਸੇ ਵੀ ਚੀਜ਼ ਨੂੰ ਆਪਾਂ ਕਹਿੰਦੇ ਵੀ ਇਸ ਚੀਜ਼ ਵਿੱਚ ਦਾ ਅਸਲ ਨਿਚੋੜ, ਅਸਲ ਜਿਹੜੀ ਉਹਦੀ ਜ਼ਿੰਦਗੀ ਹੈ, ਜੋ ਤਤ ਹੈ। ਜਿਵੇਂ ਉਦਾਹਰਣ ਦਿੰਦਾ, ਸਾਡੀ ਬਾਡੀ ਹੈ, ਸਰੀਰ ਹੈ। ਸਰੀਰ ਨੂੰ ਜ਼ਿੰਦਾ ਰੱਖਣ ਵਾਲਾ ਤੱਤ ਕੀ ਹੈ? ਦੇਹੀ ਨੂੰ ਜੀਵਨ ਦਾਨ ਦੇਣ ਵਾਲਾ ਅਸਲ ਤੱਤ ਕੀ ਹੈ? ਸਾਡੇ ਅੰਦਰ ਦੀ ਚੇਤਨਾ, ਸਾਡੇ ਅੰਦਰ ਦੀ ਸਪਿਰਿਟ, ਜਿਸ ਨੂੰ ਅਸੀਂ ਆਤਮਾ ਜਾਂ ਹੋਰ ਕਈ ਸ਼ਬਦਾਂ ਨਾਲ ਡਿਫਾਈਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੋ ਜੀਵਨ ਦਾ ਮੂਲ ਬੁਨਿਆਦੀ ਤੱਤ ਕੀ ਹੈ? ਚੇਤਨਾ। ਤੇ ਸਾਰੇ ਬ੍ਰਹਿਮੰਡ ਦਾ ਬੁਨਿਆਦੀ ਤੱਤ ਕੀ ਹੈ? ਉਹ ਵੀ ਚੇਤਨਾ। ਭਾਵ ਜੋ ਚੇਤਨ ਚੀਜ਼ ਹੈ ਤੇ ਸਭਨਾਂ ਵਿੱਚ ਮੌਜੂਦ ਹੈ, ਮਯੰ, ਜੋ ਦਇਆ ਸਰੂਪ ਹੈ, ਬਖਸ਼ਿਸ਼ ਰੂਪ ਹੈ। ਜਿੰਨੀ ਵੀ ਚੀਜ਼ਾਂ ਦੀ ਘਾੜਤ ਪ੍ਰੋਡਕਸ਼ਨ ਨੇਚਰ ਵਿੱਚ ਹੋ ਰਹੀ ਹੈ, ਸਭ ਬਖਸ਼ਿਸ਼ ਨਾਲ ਹੋ ਰਹੀ ਹੈ ਨਾ। ਸਭ ਗੋਡ ਗਿਫਟ ਹੀ ਹੈ ਨਾ। ਸਾਰਾ ਕੁਝ ਜੋ ਕੁਝ ਵੀ ਹੈ ਸਾਡੇ ਜੀਵਨ ਤੋਂ ਲੈ ਕੇ ਹਵਾ, ਪਾਣੀ, ਅੱਗ, ਧਰਤੀ, ਆਕਾਸ਼, ਇਹ ਗ੍ਰਹਿ, ਇਹ ਦਿਨ, ਇਹ ਰਾਤ, ਇਹ ਮਿੱਟੀ ਦੇ ਵਿੱਚ ਜੋ ਤਾਸੀਰ ਹੈ, ਇਹ ਜੋ ਕੁਝ ਵੀ ਹੈ, ਇਹ ਸਾਰੀ ਪ੍ਰੋਡਕਸ਼ਨ ਸਾਡੀ ਮਿਹਨਤ ਦੀ ਨਹੀਂ। ਸਾਰੀ ਦੀ ਸਾਰੀ ਜਿਹੜੀ ਘਾੜਤ ਹੈ ਉਹ ਅਸੀਂ ਨਹੀਂ ਕੱਢੀ। ਇਹ ਸਾਰੀ ਬਖਸ਼ਿਸ਼ ਨੂੰ ਗੁਰੂ ਸਾਹਿਬ ਕਹਿੰਦੇ ਨੇ ਬਖਸ਼ਿਸ਼ ਵਿੱਚੋਂ ਉਪਜੀ। ਤੇ ਅੱਗੇ ਫਰਮਾਉਂਦੇ ਨੇ, ਸ਼੍ਰੀ ਹਜ਼ੂਰ ਆਖਦੇ ਨੇ, ਜਸ ਸਮਰਣੇਨ ਨਾ ਦਨੋਤ, ਜਸ ਸਮਰਣੇਨ ਨਾ ਦਨੋਤ ਦਾ ਮਤਲਬ ਹੈ ਨਹੀਂ ਹੈ ਦੁੱਖ। ਦਨੋਤ ਦੁਨਿਅੰਤ ਭਾਵ ਦੁੱਖ ਨਹੀਂ ਹੁੰਦਾ ਹੈ। ਜਸ ਸਮਰਣੇਨ ਜਿਸ ਨੂੰ ਸਿਮਰਨ ਦੇ ਨਾਲ, ਜਿਸ ਦਾ ਚੇਤਾ ਕਰਨ ਦੇ ਨਾਲ ਦੁੱਖ ਨਹੀਂ ਵਿਆਪਦਾ। ਕਿਹੜਾ ਕਿਹੜਾ ਦੁੱਖ? ਜਨਮ, ਜਰਾਦ, ਮਰਨ ਭੈ। ਜਨਮ ਦਾ ਮਤਲਬ ਹੈ ਭਟਕਣਾ, ਜਨਮ ਮਰਨ ਦਾ ਗੇੜ।
ਵਿਸ਼ਿਆਂ ਵਕਾਰਾਂ ਦੀ ਬਿਰਤੀ ਧਾਰਨ ਕਰਨਾ, ਉਸ ਨੂੰ ਵੀ ਬਾਣੀ ਨੇ ਜਨਮ ਕਿਹਾ। ਜਰਾਦ ਦਾ ਭਾਵ ਹੈ, ਜਰ ਕਹਿੰਦੇ ਹਨ ਬੁਢੇਪੇ ਨੂੰ, ਜਰਾਦ ਬੁਢੇਪਾ ਆਦਿਕ ਦਾ, ਤੇ ਤੀਜਾ ਕੀ ਹੈ, ਮਰਨ ਮੌਤ। ਤਿੰਨ ਸ਼ਬਦਾਂ ਨੂੰ ਇਕੱਠਿਆਂ ਕਰ ਦਿੱਤਾ, ਜਨਮ ਮਰਨ ਦੀ ਭਟਕਣਾ, ਬੁਢੇਪਾ ਆਦਿਕ ਤੇ ਮੌਤ ਆਦਿਕ। ਤੇ ਅਗਲਾ ਸ਼ਬਦ ਹੈ ਭਯੰ। ਭਯੰ ਦਾ ਮਤਲਬ ਹੈ ਭੈ, ਡਰ। ਜੀਵਨ ਵਿੱਚੋਂ ਤੌਖਲੇ ਮੁੱਕ ਜਾਂਦੇ ਹਨ। ਹੁਣ ਮਨੁੱਖ ਨੂੰ ਜਿਹੜਾ ਜੀਵਨ ਹਾਸਲ ਹੈ, ਜੇ ਬੰਦਾ ਹਰ ਵੇਲੇ ਮੌਤ ਬਾਰੇ ਹੀ ਸੋਚਦਾ ਰਹੇ ਤੇ ਜ਼ਿੰਦਗੀ ਦਾ ਕੋਈ ਸਵਾਦ, ਸੁਹਜ ਤੇ ਆਨੰਦ ਨਹੀਂ ਰਹੇ। ਇੱਕ ਭੈ ਹੈ ਨਾ ਬੰਦੇ ਦੀ ਸੁਰਤ ਵਿੱਚ, ਉਹ ਡਰ ਟਿਕ ਜਾਂਦਾ। ਉਹ ਡਰ ਟਿਕਿਆ ਹੋਣ ਕਰਕੇ ਮਨੁੱਖ ਆਪਣੇ ਜੀਵਨ ਦੇ ਇਹਨਾਂ ਪਲਾਂ ਦੀ ਖੂਬਸੂਰਤੀ ਨੂੰ ਵੀ ਮਾਣ ਨਹੀਂ ਸਕਦਾ। ਜੰਮਣ ਮਰਨ ਦੀ ਭਟਕਣਾ ਦੇ ਚੱਕਰ ਵਿੱਚ ਪੈ ਜਾਂਦਾ, ਬਿਰਤੀ ਕੁਰਾਹੇ ਚਲੀ ਜਾਂਦੀ ਹੈ, ਉਦਾਸੀ ਤੇ ਮਾਯੂਸੀ ਦੇ ਆਲਮ ਵਿੱਚ ਗਰਕ ਜਾਂਦਾ ਹੈ। ਜੇ ਮਨੁੱਖ ਸਰੀਰ ਨੂੰ ਹੋਣ ਵਾਲੀਆਂ ਹਾਨੀਆਂ ਬਾਬਤ ਹੀ ਸੋਚਦਾ ਰਹੇ ਤੇ ਆਪਣੇ ਬਚਪਨ, ਜਵਾਨੀ ਤੇ ਜੋ ਤੰਦਰੁਸਤੀ ਹੈ ਸਰੀਰ ਦੀ, ਜਾਂ ਜੋ ਕੁਝ ਬਖਸ਼ਿਸ਼ਾਂ ਇਸ ਵੇਲੇ ਸਾਡੇ ਕੋਲ ਅਵੇਲੇਬਲ ਨੇ, ਉਹਨਾਂ ਨੂੰ ਅਸੀਂ ਮਾਣ ਨਹੀਂ ਪਾਵਾਂਗੇ। ਉਹ ਜਿਹੜਾ ਭੈ, ਸੰਸਾ ਤੇ ਸਹਿਮ ਸਾਡੇ ਅੰਦਰ ਟਿਕ ਜਾਂਦਾ ਹੈ ਨੁਕਸਾਨ ਦੇ ਪ੍ਰਤੀ, ਮੌਤ ਦੇ ਪ੍ਰਤੀ, ਹਾਨੀ ਦੇ ਪ੍ਰਤੀ, ਗਵਾਚ ਜਾਣ ਵਾਲੀ ਚੀਜ਼ ਦੇ ਪ੍ਰਤੀ, ਆਉਣ ਵਾਲੇ ਦੁੱਖ ਦੇ ਪ੍ਰਤੀ, ਉਹ ਫਿਰ ਉਹਦੀ ਸੁਰਤ ਵਿੱਚੋਂ ਖਤਮ ਹੋ ਜਾਂਦਾ ਹੈ। ਜਸ ਸਿਮਰਣੇਨ, ਜਿਸ ਨੂੰ ਸਿਮਰਨ ਦੇ ਨਾਲ, ਭਾਵ ਉਸੇ ਨੂੰ ਹੀ ਆਨੰਦ ਦੀ ਅਵਸਥਾ ਕਿਹਾ, ਉਸੇ ਨੂੰ ਹੀ ਸਹਿਜ ਦੀ ਅਵਸਥਾ ਕਿਹਾ। ਤੋ ਆਰੰਭ ਦੇ ਬਚਨ ਵਿੱਚ ਫਰਮਾਇਆ ਹੈ, ਪਰਮਾਦ ਪੁਰਖ ਮਨੋ ਪਿਮੰ ਸਤ ਆਦ ਭਾਵ ਰਤੰ। ਪਰਮ ਦਾ ਮਤਲਬ ਹੁੰਦਾ ਹੈ ਸਭ ਤੋਂ ਉੱਚਾ, ਜੋ ਪਰਮੇਸ਼ਰ। ਕਿਸ ਨੂੰ ਸਿਮਰਨਾ ਹੈ? ਜਿਸ ਨੂੰ ਸਿਮਰਿਆ ਜਾਣਾ, ਉਸ ਦੀਆਂ ਖੂਬੀਆਂ ਦਾ ਪ੍ਰਗਟਾਵਾ ਭਗਤ ਜੈਦੇਵ ਜੀ ਨੇ ਇਸ ਪਦੇ ਵਿੱਚ ਕੀਤਾ। ਪਰਮਾਦ, ਪਰਮ ਉੱਚਾ, ਆਦ ਮੁੱਢ, ਦੋ ਸ਼ਬਦਾਂ ਨੂੰ ਸੰਯੁਕਤ ਜੋੜ ਕੇ ਇਕੱਠਾ ਸ਼ਬਦ ਬਣਾ ਦਿੱਤਾ, ਪਰਮਾਦ। ਤੇ ਜਿਹਨੂੰ ਅੱਡ ਅੱਡ ਕਰਾਂਗੇ, ਸੰਧੀ ਛੇਦ ਕਹਿੰਦੇ ਨੇ ਇਹਨੂੰ, ਵੀ ਦੋ ਸ਼ਬਦਾਂ ਦੀ ਜੁੜਤ ਨੂੰ ਤੋੜ ਦਿੱਤਾ ਜਾਏ ਤੇ ਉਹਨੂੰ ਸੰਧੀ ਛੇਦ ਕਿਹਾ ਜਾਂਦਾ। ਸੰਧ ਜੋੜਨ ਨੂੰ ਕਿਹਾ ਜਾਂਦਾ ਤੇ ਛੇਦ ਉਹਨੂੰ ਤੋੜਨ ਨੂੰ ਕਿਹਾ ਜਾਂਦਾ। ਜੁੜੀ ਚੀਜ਼ ਨੂੰ ਤੋੜਨਾ, ਦੋ ਸ਼ਬਦਾਂ ਦਾ ਨਖੇੜਾ ਕਰ ਦੇਣਾ। ਤੋ ਸੰਯੁਕਤ ਸ਼ਬਦ ਹੁੰਦਾ ਹੈ ਜੁੜਿਆ ਹੋਇਆ। ਪਰਮ ਤੋਂ ਭਾਵ ਹੈ ਉੱਚਾ, ਆਦ ਤੋਂ ਭਾਵ ਹੈ ਮੁੱਢ, ਜੋ ਸਭ ਤੋਂ ਉੱਚਾ ਹੈ ਤੇ ਸਾਰੇ ਸੰਸਾਰ ਦਾ ਮੁੱਢ ਹੈ, ਆਰੰਭ ਹੈ। ਦੋਵੇਂ ਸ਼ਬਦ ਜੁੜ ਕੇ ਬਣ ਗਿਆ ਪਰਮਾਦ। ਅੱਗੇ ਸ਼ਬਦ ਹੈ ਪੁਰਖ ਮਨੋ ਪਿਮੰ। ਪੁਰਖ ਤੋਂ ਭਾਵ ਹੈ ਵਿਆਪਕ। ਜਿਵੇਂ ਆਪਾਂ ਸ਼ਬਦ ਪੜ੍ਹਦੇ ਨਾ, ਕਰਤਾ ਪੁਰਖ। ਕਰਤਾ ਭਾਵ ਕ੍ਰੀਏਟਰ ਹੈ ਤੇ ਆਪਣੀ ਕ੍ਰੀਏਸ਼ਨ ਦੇ ਵਿੱਚ ਹੈ, ਸਿਰਜ ਕੇ ਪਾਸੇ ਜਾ ਕੇ ਨਹੀਂ ਬਹਿ ਗਿਆ, ਜਿਸ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਰ ਆਸਣ ਡਿਠੋ ਚਾਓ। ਤੇ ਇੱਥੇ ਸ਼ਬਦ ਵਰਤਿਆ ਪੁਰਖ ਮਨੋ ਪਿਮੰ। ਹੁਣ ਇਹ ਵੀ ਦੋ ਸ਼ਬਦਾਂ ਦੀ ਜੁੜਤ ਹੈ, ਸੰਯੁਕਤ ਸ਼ਬਦ ਹੈ। ਪੁਰਖ ਜੋ ਵਿਆਪਕ ਹੈ, ਅਨੁਪਮੰ, ਅਨੂਪਮ ਭਾਵ ਜਿਸ ਨੂੰ ਕਿਸੇ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ, ਜਿਸ ਨੂੰ ਕਿਸੇ ਦੂਜੀ ਚੀਜ਼ ਨਾਲ ਤੁਲਨਾ ਨਹੀਂ ਦਿੱਤੀ ਜਾ ਸਕਦੀ। ਕਿ ਹੇ ਵਾਹਿਗੁਰੂ ਤੂੰ ਕਿਹੋ ਜਿਹਾ, ਤੂੰ ਫਲਾਨੇ ਵਰਗਾ। ਉਹ ਫਲਾਨਾ ਵੀ ਤਾਂ ਕੁਝ ਚਾਹੀਦਾ ਹੈ ਨਾ, ਜਿਹਦੇ ਨਾਲ ਤੁਸੀਂ ਉਹਨੂੰ ਕੰਪੇਅਰ ਕਰਨਾ, ਤੁਲਨਾ ਦੇਣੀ। ਇਸ ਲਈ ਹਜ਼ੂਰ ਨੇ ਫਰਮਾਇਆ, ਜੈਸਾ ਤੂੰ ਤੈਸਾ ਤੂੰ ਹੀ। ਕਿਆ ਉਪਮਾ ਦੀਜੈ। ਉਪਮਾ ਦਾ ਮਤਲਬ ਹੁੰਦਾ ਹੈ ਕੰਪੇਅਰ ਕਰਕੇ ਕਿਸੇ ਚੀਜ਼ ਦੀ ਵਡਿਆਈ ਕਰਨਾ। ਜੇ ਆਪਾਂ ਕਿਸੇ ਨੂੰ ਕਵਾਂਗੇ ਇਹ ਤਾਂ ਬਰਫ਼ ਵਰਗੀ ਠੰਡੀ ਚੀਜ਼ ਹੈ, ਠੰਡੀ ਚੀਜ਼ ਦੀ ਤੁਲਨਾ ਕਰੋਗੇ ਤੇ ਬਰਫ਼ ਨਾਲ ਕਰੋਗੇ, ਗਰਮ ਚੀਜ਼ ਦੀ ਤੁਲਨਾ ਕਰੋਗੇ ਤੇ ਅੱਗ ਨਾਲ ਕਰੋਗੇ, ਚਾਨਣ ਦੀ ਤੁਲਨਾ ਕਰੋਗੇ ਸੂਰਜ ਨਾਲ ਕਰੋਗੇ। ਹਰ ਚੀਜ਼ ਦੀ ਤੁਲਨਾ ਕਰਨ ਦੇ ਲਈ ਤੁਹਾਡੇ ਕੋਲ ਪੈਰਾਲਲ ਇੱਕ ਚੀਜ਼ ਚਾਹੀਦੀ ਹੈ, ਤਾਂ ਤੁਸੀਂ ਕੰਪੇਅਰ ਕਰ ਸਕਦੇ ਹੋ ਵੀ ਇੱਕ ਆਹ ਚੀਜ਼ ਹੈ, ਇੱਕ ਆਹ ਚੀਜ਼ ਹੈ। ਇਹਨੂੰ ਦੋਵਾਂ ਨੂੰ ਕੰਪੇਅਰ ਕਰੋ, ਤੁਲਨਾਤਮਕ ਅਧਿਐਨ ਕਰੋ ਤੇ ਦੱਸੋ ਵੀ ਇਹਦੇ ਵਰਗਾ ਆਹ ਹੈ। ਪਰ ਮਹਾਰਾਜ ਬਾਣੀ ਵਿੱਚ ਆਖਦੇ ਨੇ ਉਸ ਵਰਗਾ ਕੋਈ ਹੋਰ ਹੈ ਹੀ ਨਹੀਂ, ਤੁਧ ਬਿਨ ਦੂਜਾ ਨਾ ਹੀ ਕੋਈ। ਇਸ ਕਰਕੇ ਉਹ ਸਰਵ ਵਿਆਪਕ ਹੈ ਤੇ ਅਨੁਪਮ ਹੈ। ਉਹਦੀ ਕਿਸੇ ਨਾਲ ਤਸ਼ਬੀਹ ਜਾਂ ਉਪਮਾ ਨਹੀਂ ਦਿੱਤੀ ਜਾ ਸਕਦੀ, ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ। ਸਤ ਆਦ ਭਾਵ ਰਤਨ। ਸਤ ਦਾ ਮਤਲਬ ਹੈ ਸਦਾ ਰਹਿਣ ਵਾਲਾ, ਆਦ ਆਦਿਕ, ਭਾਵ ਦਾ ਮਤਲਬ ਹੈ ਗੁਣ, ਤੇ ਰਤਨ ਦਾ ਮਤਲਬ ਹੈ ਟਿਕਿਆ ਹੋਇਆ। ਉਹ ਸਦੀਵ ਕਾਲ ਕਾਇਮ ਰਹਿਣ ਵਾਲਾ ਹੈ, ਸਦੀਵ ਕਾਲ ਹੋਂਦ ਵਾਲਾ ਹੈ, ਹਰ ਜਗ੍ਹਾ ਤੇ ਸਥਿਤ ਹੈ, ਮੌਜੂਦ ਹੈ।
ਉਸ ਦੀ ਸੱਤਾ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ, ਉਸ ਦੀ ਹੋਂਦ ਨੂੰ ਕਦੇ ਖਤਰਾ ਪੈਦਾ ਨਹੀਂ ਹੁੰਦਾ, ਉਹਦੀ ਹੋਂਦ ਕਦੇ ਖਤਮ ਨਹੀਂ ਹੁੰਦੀ। ਉਹ ਆਪਣੇ ਇਹੋ ਜਿਹੇ ਗੁਣਾਂ ਵਿੱਚ ਸਦਾ ਟਿਕਿਆ ਰਹਿੰਦਾ, ਉਹਦੇ ਇਹ ਗੁਣ ਕਦੇ ਮਿਟਦੇ ਨਹੀਂ, ਕਦੇ ਖਤਮ ਨਹੀਂ ਹੁੰਦੇ, ਜਿਸ ਨੂੰ ਹਜ਼ੂਰ ਕਹਿੰਦੇ ਸਤਨਾਮ ਤੇਰਾ ਪਰਾਪੂਰਬ। ਜਿੰਨੇ ਬਾਕੀ ਅਸੀਂ ਨਾਮ ਕਥਦੇ, ਕੀਰਤਮ ਨਾਮ ਕਥੇ ਤੇਰੇ ਜੇਬਾ, ਉਹ ਤੇ ਉਹਦੀ ਕਿਰਤ ਨੂੰ ਵੇਖ ਕੇ ਜੋ ਕਿਰਿਆ ਜਗਤ ਵਿੱਚ ਹੋ ਰਹੀ ਹੈ, ਜੋ ਪ੍ਰੋਸੈਸ ਹੋ ਰਿਹਾ ਹੈ, ਉਸ ਪ੍ਰੋਸੈਸ ਨੂੰ ਅਸੀਂ ਜਿਵੇਂ ਜਿਵੇਂ ਸਮਝਦੇ ਉਵੇਂ ਉਵੇਂ ਨਾਮ ਲੈਂਦੇ ਹਾਂ। ਰੱਬ ਪੈਦਾ ਕਰਦਾ ਹੈ, ਰੱਬ ਰੋਜ਼ੀ ਦਿੰਦਾ ਹੈ, ਰੱਬ ਦੁੱਖ ਦੂਰ ਕਰਨ ਵਾਲਾ ਹੈ, ਉਹ ਦਇਆ। ਇਹ ਕੀਰਤਮ ਨਾਮ, ਕਿਰਿਆਵਾਚਕ, ਕਿਸੇ ਦੇ ਕੰਮ ਨੂੰ ਵੇਖ ਕੇ ਉਹਦੀ ਉਪਮਾ ਕਰਨੀ, ਉਸ ਕੰਮ ਦੇ ਗੁਣ ਨੂੰ ਤੱਕ ਕੇ। ਪਰ ਸਤਨਾਮ ਤੇਰਾ, ਤੇਰਾ ਮੁੱਢ ਕਦੀਮੀ ਗੁਣ ਕੀ ਹੈ? ਗੁਣ ਇਹੋ ਹੋਰ ਨਾ ਹੀ ਕੋਏ। ਸਭ ਤੋਂ ਵੱਡਾ ਤੇਰਾ ਗੁਣ ਕੀ ਹੈ? ਵੀ ਤੇਰੇ ਵਰਗਾ ਹੋਰ ਕੋਈ ਨਹੀਂ ਤੇ ਤੂੰ ਕਦੇ ਮਿਟਦਾ ਨਹੀਂ। ਇਸ ਵਾਸਤੇ ਫਰਮਾਉਂਦੇ ਨੇ ਪਰਮਦ ਹੁਤੰ ਪਰਕ੍ਰਿਤ ਪਰੰ ਜਦ ਚਿੰਤ ਸਰਬਗਤੰ। ਪਰਮ ਦਾ ਮਤਲਬ ਹੈ ਉੱਚਾ, ਤੇ ਜੇ ਦੋ ਸ਼ਬਦਾਂ ਨੂੰ ਨਿਖੇੜ ਦਈਏ ਤੇ ਸ਼ਬਦ ਬਣੇਗਾ ਪਰਮ ਅਦਭੁਤੰ। ਅਦਭੁਤ ਕਹਿੰਦੇ ਹਨ ਅਸਚਰਜ ਨੂੰ, ਜਿਹਨੂੰ ਤੁਸੀਂ ਆਪਾਂ ਪੰਜਾਬੀ ਵਾਲੇ ਵੇਖ ਕੇ ਕਹਿੰਦੇ ਵਾਹ। ਆਪਣੇ ਅੰਦਰ ਦੀ ਹੈਰਾਨੀ ਨੂੰ ਪ੍ਰਗਟ ਕਰਨ ਲਈ ਤੁਹਾਡੇ ਕੋਲ ਇਹਦੋਂ ਅੱਗੇ ਸ਼ਬਦ ਨਹੀਂ। ਵਾਹ ਸ਼ਬਦ ਤੋਂ ਅੱਗੇ ਤੁਹਾਡੇ ਕੋਲ ਤੁਹਾਡੀ ਜਿਹੜੀ ਫੀਲਿੰਗ ਹੈ, ਜੇ ਤੁਸੀਂ ਉਹਨੂੰ ਜ਼ੁਬਾਨ ਰਾਹੀਂ ਕਹਿਣਾ ਚਾਹੋ ਤਾਂ ਵਾਹ ਸ਼ਬਦ ਤੋਂ ਅੱਗੇ ਪੰਜਾਬੀ ਵਿੱਚ ਕੋਈ ਸ਼ਬਦ ਨਹੀਂ। ਅੰਗਰੇਜ਼ੀ ਵਾਲੇ ਨੂੰ ਵਾਓ ਕਹਿ ਦਿੰਦੇ। ਉਹ ਸਾਡੀ ਹੈਰਾਨੀ ਦੇ ਪ੍ਰਗਟਾ ਦਾ, ਸ਼ਬਦੀ ਪ੍ਰਗਟਾ, ਸਾਡੇ ਜਜ਼ਬਾਤਾਂ ਦਾ, ਸਾਡੀ ਫੀਲਿੰਗ ਦਾ ਸ਼ਬਦਾਂ ਵਿੱਚ ਪ੍ਰਗਟਾ ਹੈ। ਤੇ ਜਦੋਂ ਤੁਸੀਂ ਕਹਿੰਦੇ ਵਾਹ ਗੁਰੂ, ਹੁਣ ਜੇ ਤਾਂ ਗੁਰੂ ਦੇ ਗੁਣਾਂ ਤੋਂ ਮੁਤਾਸਰ ਹੋ ਤੇ ਵਾਹ ਕਹਿਣ ਦਾ ਆਨੰਦ ਹੈ। ਜੇ ਗੁਰੂ ਬਾਰੇ ਕੱਖ ਨਹੀਂ ਪਤਾ, ਜੇ ਗੁਰੂ ਦੇ ਗੁਣ ਹੀ ਨਹੀਂ ਚਿੰਤਨ ਵਿੱਚ ਨਹੀਂ ਆਉਂਦੇ, ਜਿਸ ਵੇਲੇ ਮੈਂ ਵਾਹ ਗੁਰੂ ਕਹਿਣਾ, ਤੇ ਜੇ ਗੁਰੂ ਮੇਰੇ ਚਿੰਤਨ ਵਿੱਚ ਨਹੀਂ ਹੁੰਦਾ ਤੇ ਮੈਂ ਵਾਹ ਕਿਹਨੂੰ ਕਹਿਣਾ? ਵਾਹ ਕੀ ਹੈ? ਵਾਹ ਨਾਮ ਅਚਰਜ ਕੋ ਹੋਈ, ਇਸ ਦੀ ਉਕਤ ਪਰੇ ਨਹਿ ਕੋਈ। ਵਾਹ ਨਾਮ ਅੰਦਰ ਦੀ ਹੈਰਾਨੀ ਦਾ, ਤੇ ਹੈਰਾਨ ਉਸ ਤੋਂ ਹੋਈਦਾ ਜਿਸ ਨੂੰ ਕੁਝ ਜਾਣਨ ਦੀ ਕੋਸ਼ਿਸ਼ ਕਰੀ ਔਰ ਗੁਣਾਂ ਤੋਂ ਮੁਤਾਸਰ, ਪ੍ਰਭਾਵਿਤ ਤੇ ਇੰਪ੍ਰੈਸ ਹੋ ਜਾਈਏ। ਇਸ ਲਈ ਗਰੀਬ ਨਵਾਜ਼ ਫਰਮਾਉਂਦੇ ਨੇ ਪਰਮ ਅਦਭੁਤੰ, ਉਹ ਸਭ ਤੋਂ ਉੱਚਾ ਹੈ ਤੇ ਅਦਭੁਤ ਅਸਚਰਜਮਈ ਹੈ। ਉਸ ਨੂੰ, ਉਸ ਦੇ ਗੁਣਾਂ ਨੂੰ, ਉਸ ਦੀ ਹੋਂਦ ਬਾਰੇ ਖਿਆਲ ਕਰਕੇ ਹੀ ਸਾਡੇ ਅੰਦਰ ਵਿਸਮਾਦ, ਹੈਰਾਨੀ ਦੇ ਜਜ਼ਬੇ ਛਾ ਜਾਂਦੇ ਨੇ। ਪਰਕ੍ਰਿਤ ਪਰੰ, ਪਰਕ੍ਰਿਤ ਦਾ ਮਤਲਬ ਪ੍ਰਕਿਰਤੀ। ਇਹ ਜਿੰਨੀ ਕੁਦਰਤ ਹੈ, ਨੇਚਰ ਹੈ, ਇਹਨੂੰ ਪ੍ਰਕਿਰਤੀ ਕਿਹਾ ਗਿਆ। ਪਰੰ ਪਰੇ, ਜਿਹੜਾ ਪ੍ਰਕਿਰਤਕ ਗੁਣਾਂ ਤੋਂ ਪਰੇ ਹੈ। ਗਰਮੀ, ਸਰਦੀ, ਧੁੱਪ, ਛਾਂ, ਜੰਮਣ, ਮਰਨ, ਬਚਪਨ, ਬੁਢੇਪਾ, ਦੁੱਖ, ਸੁੱਖ, ਖੁਸ਼ੀ, ਗਮੀ, ਪਾਪ, ਪੁੰਨ, ਹਰ ਚੀਜ਼ ਦੇ ਪ੍ਰਭਾਵ ਤੋਂ ਰਹਿਤ, ਜਿਸ ਉਤੇ ਕਿਸੇ ਵੀ ਚੀਜ਼ ਦਾ ਪ੍ਰਭਾਵ ਨਹੀਂ। ਫਿਰ ਆਖਦੇ ਨੇ ਜਦ ਚਿੰਤ ਸਰਬਗਤਮ। ਇਹ ਸ਼ਬਦ ਨੂੰ ਵੀ ਸੰਧੀ ਛੇਦ ਕਰ ਲਿਆ ਜਾਏ, ਜਦ, ਜੋ, ਅਚਿੰਤ, ਤੁਹਾਡੇ ਚਿੰਤਨ ਦੀ ਸੀਮਾ ਵਿੱਚ ਵੀ ਨਹੀਂ ਆ ਸਕਦਾ। ਜੇ ਅਸੀਂ ਦਿਮਾਗ ਦੇ ਘੋੜੇ ਦੌੜਾ ਕੇ ਉਹਦੇ ਮਸਲਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੀਏ, ਉਸ ਨੂੰ ਜਿਵੇਂ ਅਸੀਂ ਪੈਰਾਮੀਟਰ ਸੈੱਟ ਨੇ ਨਾ, ਸਾਡੀ ਐਜੂਕੇਸ਼ਨ ਦੇ ਪੈਰਾਮੀਟਰ ਸੈੱਟ ਨੇ, ਤੇ ਜੇ ਅਸੀਂ ਉਹਨਾਂ ਨੂੰ ਇਵੇਂ ਸੈੱਟ ਕਰਨ ਦੀ ਕੋਸ਼ਿਸ਼ ਕਰੀਏ ਬੌਧਿਕ ਤਲ ਦੇ ਉੱਤੇ, ਬੌਧਿਕ ਚਿੰਤਨ ਨਾਲ ਜੇ ਉਹਦਾ ਹੱਲ ਕਰਨ ਦੀ ਕੋਸ਼ਿਸ਼ ਕਰੀਏ, ਉਹ ਕੀ ਹੈ ਮੈਂ ਡਿਫਾਈਨ ਕਰਦਾ ਨਹੀਂ। ਗੁਰੂ ਸਾਹਿਬਾਨਾਂ ਨੇ ਜੋ ਕੁਝ ਬਾਣੀ ਚ ਕਿਹਾ, ਆਪਣੇ ਅਹਿਸਾਸ, ਆਪਣੇ ਵਿਸਮਾਦ, ਆਪਣੀ ਆਤਮਿਕ ਚੇਤਨਾ ਚੋਂ ਕਿਹਾ। ਕਿਸੇ ਬੌਧਿਕ ਕਸਰਤ ਦੀ ਇਹ ਖੇਡ ਨਹੀਂ। ਬੌਧਿਕ ਕਸਰਤ ਦੀ ਆਪਣੀ ਜ਼ਰੂਰਤ ਹੁੰਦੀ, ਉਸ ਨੂੰ ਨਕਾਰਿਆ ਨਹੀਂ ਜਾ ਸਕਦਾ, ਪਰ ਸਭ ਕੁਝ ਬੌਧਿਕ ਤਲ ਤੇ ਹੀ ਨਹੀਂ ਹੁੰਦਾ। ਅਸੀਂ ਜਿਸ ਵੇਲੇ ਪ੍ਰੇਮ ਦੇ ਜਜ਼ਬੇ ਨਾਲ ਲਬਰੇਜ਼ ਹੁੰਦੇ ਹਾਂ ਤੇ ਸਾਡੀ ਬੁੱਧੀ ਉਸ ਪ੍ਰੇਮ ਦੀ, ਜਿਹੜੀ ਸਾਡੇ ਅੰਦਰ ਪ੍ਰੇਮ ਹੈ, ਮੁਹੱਬਤ ਹੈ, ਦੁੱਖ ਹੈ, ਸੁੱਖ ਹੈ, ਇੱਕ ਉਤਸ਼ਾਹ ਹੈ। ਕਈ ਵਾਰ ਤੁਹਾਡੇ ਕੋਈ ਸ਼ਬਦ ਨਹੀਂ ਹੁੰਦੇ ਵੀ ਤੁਸੀਂ ਬੌਧਿਕ ਤਲ ਦੇ ਉੱਤੇ ਖਲੋ ਕੇ ਤੇ ਆਪਣੇ ਅੰਦਰ ਦੀ ਫੀਲਿੰਗ ਨੂੰ ਹੀ ਤੁਸੀਂ ਐਕਸਪਲੇਨ ਕਰ ਸਕੋ। ਕਈ ਵਾਰ ਇਸ ਤਰ੍ਹਾਂ ਹੁੰਦਾ ਨਾ, ਬੰਦਾ ਇੰਨਾ ਖੁਸ਼ ਹੁੰਦਾ ਵੀ ਉਹਦਾ ਚਿਹਰਾ ਦੱਸਦਾ ਬਹੁਤ ਖੁਸ਼ ਹੈ, ਅੱਖਾਂ 'ਚ ਪਾਣੀ ਆ ਜਾਂਦਾ ਹੈ, ਇੰਨੀ ਫੀਲਿੰਗ ਉਹਦੀ ਬੋਡੀ ਤੇ ਰਿਐਕਟ ਕਰਦੀ ਹੈ। ਪਰ ਉਹਨੂੰ ਪੁੱਛੋ ਕੀ ਹੋਇਆ ਤਾਂ ਤੂੰ ਦੱਸਿਆ ਨਹੀਂ ਜਾਂਦਾ।
उस वेले जो अनुभव कर रहा, जो महसूस कर रहा, वो कहण कथन तो परे होंदा। ये तो केवल संसार के जज्बात ने, ਜਿਹੜੇ इस तल तो भी किते ज्यादा उच्चे ने, अंदाजा ला के वेखो, वो तो फिर बाणी च यही लिखते हैं, जिन बूझिया ते साया सवाल। वो कहते हैं भी इसनूं तुसीं मान के वेखो, असीं केवल इहदी टोह दे सकते, इशारे दे सकते, जो असीं दस्सिया इशारा मात्र है। ज्यों तुसीं इस रस्ते ते तुरोगे, जदों तुसीं खुद जी के वेखोगे तो तुसीं खुद माणोगे। वो जिहड़ी चेतना, जिहड़ा चिंतन तुहाडे अंदर उपजेगा, वो जिहड़ा एहसास पैदा होएगा, उसकी कोई कीमत नहीं, वो शब्दों तो परे। ये अखर खिर जाहेंगे, कोई अखर इनमें ना है। इसलिए गरीब नवाज फरमाउंदे ने, सर्वगतं, सर्व सारी थाएं, गत पहुंचण वाला, जो हर जगह ही पहुंचया, भाव हर जगह ही मौजूद है, जिस तो बिना कोई थां ही नहीं, खाली कोई थां नहीं उस तो। तो दूसरे बंद विच कहंदे ने, इच्छस जमाद, इच्छस, जे तेरे अंदर इच्छा है ना, जे तू चाहता है, जमाद, जाम आदक, भाव विषे विकारां दा भैड़ा प्रभाव तेरी सुरत उत्ते ना पवे, ते मौत दा भै तेरे जीवन उत्ते हावी ना होवे, तां की कर, परा भयं। पारा भयं, पार दा मतलब हुंदा है परे, दूर, जिहड़ा दूर है हर तरह के भै तो, निरभय परमेश्वर नूं जाप। जे तू भय रहत होना चाहना तो निरभय परमेश्वर नूं जा, परा भयं। ਇਹਦਾ दूजा भाव ही विद्वान भी करते हैं, अभावम, पर अभाव, जिस उत्ते किसे भी साडे वर्गे जिहड़ियां चीज़ां साडे ते प्रभावशाली हुंदियां ने प्रकृति दियां, जिस उत्ते इन्हां चीज़ां दा अभाव, जिहड़ा इन्हां चीज़ां तो परे। फिर आखदे ने जस, जस कहंदे ने कीर्ति, शोभा, वडियाई, सिफत। स्वस्थ, ये शब्द गुरु नानक साहब ने वरते, स्वस्थ, आथ, बाणी, ब्रह्माओ, सत, सुहान, सदा मन चाओ। स्वस्थ का मतलब हुंदा है जय होवे, वडियाई होवे, सिफत करो, शोभा करो, वडियाई नूं वेख के मुतासर होवो, अपने आप नूं उस वडियाई तो इंप्रैस करना, प्रभाव उहदा कबूल लेना किसी गुण का। तो अगे फरमाउंदे ने, सुकृत कृतम, जे तू चाहना भी तेरी सुरत उत्ते विषय विकारां दा, मौत दा डर हावी ना होवे, तू हर तरह के भय तो मुक्त हो जाए, तो उस परमेश्वर की सिफत सलाह कर, उहदे गुण उहदियां वडियाइयां नाल जुड़, ते एक काम होर कर, सुकृत कृतन, सुकृत चंगी कृत, चंगा काम, कृतन कर, चंगी नेक अमल कमा, मंदे आचरण तो मुक्त होने का आहर कर, नेक चंगे निर्मल कर्म करने की कोशिश कर, चंगा आचरण घड़न वाले काम कर, चंगी जीवन जुगत घड़न वाले काम कर। अगे फरमाउंदे ने, भाव, भूत, भाव, ये तीन शब्द, जिवें असीं कहने आ, एक बीतिया होया समा है, एक चल रहा समा है, एक आउण वाला समा है, भूतकाल है, वर्तमान है, भविख काल है। इन्हां तिन्नां नूं ही अपने शब्दां च लिखिआ, भाव होण वाला, भूत बीतिया होया, ते भाव आउण वाला भविखत। तिन्नां समयां विच, बीते विच, होण वाले विच ते आउण वाले विच। तो अगे फरमाउंदे ने, समभ्यं, जो हर जगह ते मौजूद है, बीते समय विच भी सी, हुण भी है, आउण वाले वक्त विच भी जिसदी होंद कदा सदा कायम रहेगी। आद सच, जो गाद सच, है भी सच, नानक होसी भी सच, होवेगा भी सच ही, होवेगा भी ओही। तो इस वास्ते कहते ने, परमं प्रसन्न मिदं, परम तो भाव है उच्चा, प्रसन्न खिड़िया होया, उत्साह विच, आनंद विच, खेड़े विच, जेड़ा परमेश्वर वाहिगुरू सदा खेड़े विच है, खिड़िया होया, जो तिन्ना समयां विच, हर समय विच जिसदी होंद हस्ती मौजूद है। जिस परमेश्वर वाहिगुरू दी हस्ती सबना विच एक समान है। समभ्यं, जो नाश रहत है, जिस दे उत्ते किसी तरह की हानि का प्रभाव नहीं,
ਜਿਸ ਦੀ ਹੋਂਦ ਸਦੀਵ ਕਾਲ ਖੇੜੇ ਵਾਲੀ ਹੈ। ਇਦੰ, ਜੋ ਇਸ ਤਰ੍ਹਾਂ ਦਾ ਉਤਸ਼ਾਹ ਪੂਰਵਕ ਖਿੜਿਆ ਹੋਇਆ ਸਦਾ ਹੀ ਚੇਤੰਨ ਹੈ ਪਰਮੇਸ਼ਰ, ਜੋ ਕਦੇ ਜਿਸ ਦੀ ਹਸਤੀ ਵਿੱਚ ਮੁਰਝਾਉਣਾ, ਕਮਜ਼ੋਰੀ ਤੇ ਖਾਤਮਾ ਨਹੀਂ। ਫਿਰ ਅੱਗੇ ਲਿਖਦੇ ਨੇ, ਲੋਭਾਦ ਦ੍ਰਿਸ਼ਟ ਪਾਰਗ੍ਰਹਿੰ, ਲੋਭਾਦ ਲੋਭ ਆਦਿਕ, ਕਿ ਲਾਲਚ ਆ ਗਿਆ, ਸਵਾਰਥ ਆ ਗਿਆ, ਲੋਭ ਹਾਵੀ ਹੋ ਗਿਆ। ਦੋ ਸ਼ਬਦਾਂ ਨੂੰ ਸੰਯੁਕਤ ਕਰ ਦਿਓ ਤੇ ਲੋਭਾਦ, ਅੱਡ ਕਰ ਲਓ ਤੇ ਲੋਭ ਆਦਿਕ। ਲੋਭਾਦ ਦ੍ਰਿਸ਼ਟ ਪਾਰਗ੍ਰਹਿੰ, ਲੋਭੀ ਹੋ ਕੇ ਦ੍ਰਿਸ਼ਟ ਤੱਕਣਾ, ਪਾਰਗ੍ਰਹਿੰ ਘਰ, ਗ੍ਰਹਿ ਦਾ ਮਤਲਬ ਹੈ ਘਰ ਤੇ ਪਰ ਦੂਜੇ, ਲੋਭੀ ਹੋ ਕੇ ਦੂਜੇ ਦਾ ਘਰ ਤੱਕਣਾ ਛੱਡ ਦੇ। ਤੇਰੇ ਅੰਦਰ ਜਦੋਂ ਲੋਭ ਹਾਵੀ ਹੁੰਦਾ, ਦੂਜੇ ਦੀ ਚੀਜ਼ ਨੂੰ ਤੱਕਦਾ, ਦੂਜੇ ਦੇ ਘਰ ਵੱਲ ਝਾਕਦਾ ਹੈ, ਦੂਜੇ ਦੀ ਲਾਈਫ ਵਿੱਚ ਵੇਖਦਾ ਹੈ, ਦੂਜੇ ਦੀਆਂ ਚੀਜ਼ਾਂ ਨੂੰ ਤੱਕ ਕੇ ਤਰਸਦਾ ਹੈ, ਦੁਖੀ ਹੁੰਦਾ ਹੈ, ਇਹ ਬਿਰਤੀ ਤਿਆਗ ਦੇ। ਲੋਭਾਦ ਦ੍ਰਿਸ਼ਟ ਪਾਰਗ੍ਰਹਿੰ ਜਦ ਵਿਦ ਆਚਰਣ, ਜਦ ਵਿਦ, ਇਸ ਨੂੰ ਵੀ ਜੇ ਅੱਡ ਕਰ ਦਈਏ ਤੇ ਦੋ ਸ਼ਬਦ ਨੇ, ਜਦ ਅਵਿਦ, ਜਿਹੜਾ ਅਵਿਧੀ, ਅਵਿਧ ਮਤਲਬ ਹੁੰਦਾ ਵਿਧੀ ਸਹੀ ਤਰੀਕਾ ਤੇ ਅਵਿਧੀ ਭੈੜਾ ਤਰੀਕਾ। ਜਿਹੜਾ ਭੈੜੇ ਤਰੀਕੇ ਦਾ ਜੀਵਨ ਜਿਉਣਾ, ਕੋਈ ਮਰਿਆਦਾ ਨਹੀਂ ਤੇਰੀ ਜ਼ਿੰਦਗੀ ਦੀ, ਵਿਧੀ ਕੋਈ ਨਹੀਂ, ਕੋਈ ਜੁਗਤ ਨਹੀਂ, ਕੋਈ ਤੌਰ ਤਰੀਕਾ ਨਹੀਂ, ਕੋਈ ਸਲੀਕਾ ਨਹੀਂ, ਕੋਈ ਸਿਆਣਪ ਨਹੀਂ, ਬੜੇ ਕੁਢੰਗੇ ਢੰਗ ਨਾਲ, ਜਾਨੀ ਕਿ ਕੋਈ ਫਰਕ ਹੀ ਨਹੀਂ। ਚੰਗਾ ਹੋ ਜਾਏ ਤੇ ਐਵੇਂ ਹੀ ਹੋ ਜਾਏ, ਬਹਾਨੇ ਨਾਲ ਤਾਂ ਠੀਕ ਹੈ, ਮਾੜਾ ਹੁੰਦਾ ਤਾਂ ਵੀ ਤੂੰ ਫੀਲ ਨਹੀਂ ਕਰਦਾ, ਪਾਪ ਹੁੰਦਾ ਤੇ ਤਾਂ ਵੀ ਤੇਰੀ ਸਿਹਤ ਤੇ ਕੋਈ, ਮਨ ਤੇ ਕੋਈ ਅਸਰ ਨਹੀਂ ਵੀ ਹੋ ਗਿਆ, ਕਰਨ ਵਾਲਾ ਹੁੰਦਾ ਮਾੜਾ ਕੰਮ ਤੇ ਤਾਂ ਵੀ ਤੂੰ ਜਰਾ ਜਿੰਨਾ ਅਹਿਸਾਸ ਨਹੀਂ ਕਰ। ਉਹਨੂੰ ਕਹਿੰਦੇ ਨੇ ਅਵਿਧੀ ਪੂਰਵਕ ਜੀਣਾ, ਯਾਨੀ ਕੋਈ ਮਰਿਆਦਾ ਨਹੀਂ ਹੈ। ਜਿੱਧਰ ਨੂੰ ਨਿਮਾਣ ਹੋਈ, ਜਿਵੇਂ ਪਾਣੀ ਨੀਵੇਂ ਪਾਸੇ ਨੂੰ ਰਿੜਦਾ ਰਿੜਦਾ ਸਫ਼ਰ ਕਰਦਾ, ਇਸ ਤਰ੍ਹਾਂ ਤੂੰ ਸਫ਼ਰ ਕਰਦਾ, ਜਿਹੋ ਜਿਹਾ ਬਹਾਨਾ ਬਣਦਾ ਗਿਆ ਉਵੇਂ ਤੂੰ ਚੱਲਦਾ ਗਿਆ। ਕੋਈ ਮਰਿਆਦਾ, ਕੋਈ ਅਸੂਲ, ਕੋਈ ਨਿਯਮਾਵਲੀ ਜੀਵਨ ਦੇ ਉੱਤੇ ਤੂੰ ਬਣਾਉਣ ਦਾ ਯਤਨ ਨਹੀਂ ਕੀਤਾ। ਉਸ ਨੂੰ ਕਿਹਾ ਹੈ ਤੂੰ ਲੋਭੀ ਹੋ ਕੇ ਪਰਾਏ ਘਰ ਤੱਕਦਾ ਹੈ, ਦੂਜੇ ਦੀਆਂ ਵਸਤੂਆਂ ਤੱਕ ਕੇ ਦੁਖੀ ਹੁੰਦਾ ਹੈ, ਸਵਾਰਥੀ, ਲਾਲਚ ਤੇ ਕਪਟੀ ਹੈ। ਫਿਰ ਫਰਮਾਇਆ ਹੈ ਜਦ ਵਿਦ, ਭੈੜੇ ਢੰਗ ਦਾ ਜੀਵਨ ਜਿਉਣਾ ਹੈ, ਅਮਰਿਆਦਤ, ਵਿਧੀ ਤੋਂ ਹੀਣਾ, ਅਸੂਲ ਤੋਂ ਸਖਣਾ ਆਚਰਣ, ਤੇਰਾ ਆਚਰਣ, ਤੇਰਾ ਕਿਰਦਾਰ ਐਸਾ ਹੈ। ਤੇ ਪ੍ਰੇਰਣਾ ਕਰਦੇ ਨੇ, ਤਜ ਸਕਲ ਦੁਖਕ੍ਰਿਤ ਦੁਰਮਤੀ, ਤਜ ਦੇ ਛੱਡ ਦੇ ਸਕਲ ਸਾਰੀਆਂ ਦੁਖਕ੍ਰਿਤ ਭੈੜੀਆਂ ਕ੍ਰਿਤੀਆਂ, ਭੈੜੇ ਕੰਮ, ਭੈੜੀਆਂ ਆਦਤਾਂ, ਭੈੜੇ ਚਲਣ, ਸਾਰੇ ਛੱਡ ਦੇ। ਦੁਰਮਤੀ, ਭੈੜੀ ਮੱਤ ਦਾ ਵੀ ਤਿਆਗ ਕਰ, ਮਾੜਾ ਸੋਚਣਾ, ਮਾੜੇ ਖਿਆਲ ਮਨ ਚ ਵਸਾ ਕੇ ਰੱਖਣੇ, ਉਹ ਗੰਦਗੀ ਨੂੰ ਇਕੱਠਿਆਂ ਕਰ ਕਰ ਜਮ੍ਹਾਂ ਕਰੀ ਜਾਣਾ, ਉਹ ਭੈੜੀ ਮੱਤ ਦਾ ਪ੍ਰਭਾਵ ਵੀ ਤਿਆਗ ਦੇ। ਤੇ ਕੀ ਕਰ, ਭਜ ਚੱਕਰ ਧਰ ਸ਼ਰਣੰ, ਭਜ ਦਾ ਮਤਲਬ ਹੈ ਦ੍ਰਿੜ ਕਰ, ਜਾਪ ਯਾਦ ਕਰ, ਚੇਤੇ ਕਰ। ਚੱਕਰ ਧਰ, ਜੋ ਸਾਰੀ ਕਾਇਨਾਤ ਦੇ ਮਾਲਕ ਹਨ, ਪਰਮੇਸ਼ਰ ਵਾਹਿਗੁਰੂ ਜੀ। ਚੱਕਰ ਧਰ ਕਿਹਨੂੰ ਕਿ ਅਕਾਲ ਪੁਰਖ ਵਾਹਿਗੁਰੂ ਨੂੰ। ਸ਼ਰਣੰ, ਉਹਦੀ ਸ਼ਰਨ ਪੈ, ਉਹਦੇ ਸਾਹਮਣੇ ਆਪਣੇ ਆਪ ਨੂੰ ਸਮਰਪਿਤ ਕਰ। ਫਿਰ ਅੱਗੇ ਫਰਮਾਉਂਦੇ ਨੇ, ਹਰ ਭਗਤ ਨਿਜ ਨਿਹ ਕੇਵਲਾ, ਹਰੀ ਦੇ ਜਿਹੜੇ ਨਿਜ ਭਗਤ, ਭਾਵ ਜਿਹੜੇ ਕੇਵਲ ਪਰਮੇਸ਼ਰ ਦੇ ਰਾਹ ਉੱਤੇ ਤੁਰੇ ਹਨ ਤੇ ਆਪਣਾ ਜੀਵਨ ਜਿਨ੍ਹਾਂ ਨੇ ਪਰਮੇਸ਼ਰ ਨੂੰ ਸਮਰਪਿਤ ਕੀਤਾ ਹੈ, ਉਹ ਹਰੀ ਦੇ ਨਿਜ ਭਗਤ ਹੋ ਗਏ। ਨਿਹ ਕੇਵਲਾ, ਇਸ ਨੂੰ ਕਹਿੰਦੇ ਨੇ ਕੈਵਲਿਆ, ਭਾਵ ਜਿਹੜੇ ਵਿਸ਼ੇ ਦੁਰਮਤ ਮੰਦੇ ਅਮਲਾਂ ਤੋਂ ਮੁਕਤ ਹਨ ਅਤੇ ਜਿਹੜੇ ਆਨੰਦ ਵਿੱਚ ਖੇੜੇ ਨੂੰ ਮਾਣਦੇ ਹਨ, ਸਹਿਜ ਨੂੰ ਮਾਣਦੇ ਹਨ। ਰਿੱਧ ਕਰਮਣਾ ਬਚਸਾ, ਉਹਨਾਂ ਦਾ ਹਿਰਦਾ। ਜੀਵਨ ਦੇ ਤਿੰਨ ਮਿਆਰ ਮਿੱਥੇ ਨੇ ਨੇਕ ਪੁਰਸ਼ਾਂ ਨੇ, ਮਨ ਕਰਕੇ, ਬਚਨ ਕਰਕੇ ਤੇ ਕਰਮ ਕਰਕੇ। ਭਾਵ ਤੁਸੀਂ ਅੰਦਰੋਂ ਕਿਹੋ ਜਿਹੇ ਹੋ, ਤੁਸੀਂ ਜ਼ਬਾਨ ਤੋਂ ਕਿਵੇਂ ਵਿਹਾਰ ਕਰਦੇ ਹੋ, ਤੇ ਤੀਜਾ ਹੈ ਤੁਸੀਂ ਕਰਮ ਜਿਹੜਾ ਹੈ ਉਹ ਕਿਹੋ ਜਿਹਾ ਕਰਦੇ ਹੋ ਫਿਜ਼ੀਕਲੀ। ਹੁਣ ਅਸੀਂ ਦੇਖੀਏ ਵੀ ਜਦੋਂ ਇਹਨਾਂ ਤਿੰਨਾਂ ਚੀਜ਼ਾਂ 'ਚ ਤਾਲਮੇਲ ਨਹੀਂ ਬਣੇਗਾ, ਅੰਦਰੋਂ ਹੋਰ ਹੈ, ਜ਼ਬਾਨ ਤੋਂ ਹੋਰ ਹੈ, ਕੰਮ ਹੋਰ ਕਰਨੇ ਨੇ, ਯਾਨੀ ਕਿ ਅਸੀਂ ਤੇ ਆਮ ਤੌਰ ਤੇ ਕਹਿੰਦੇ ਨਾ ਵੀ ਬੰਦੇ ਦਾ ਡਬਲ ਸਟੈਂਡਰਡ ਹੈ। ਗੁਰਬਾਣੀ ਨੇ ਕਹਿੰਦੇ ਟ੍ਰਿਪਲ ਹੈ, ਤਿੰਨ ਤਰ੍ਹਾਂ ਨਾਲ ਜੀਂਦਾ, ਸੋਚਦਾ ਹੋਰ ਹੈ, ਕਹਿੰਦਾ ਹੋਰ ਹੈ ਤੇ ਕਰ ਕੁਝ ਹੋਰ ਦਿੰਦਾ। ਯਾਨੀ ਕਿ ਤਿੰਨਾਂ ਵਿੱਚ ਹੀ ਜਿਸ ਵੇਲੇ ਧਰਮ ਦਾ ਸੱਚ ਨਾ ਰਹੇ
ਉਸ ਨੂੰ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਇੱਥੇ ਤਿੰਨੇ ਸ਼ਬਦ ਇਕੱਠੇ ਲਿਖ, ਮਨ ਬਚ ਕਰਮ ਪ੍ਰਭ ਏਕ ਧਿਆਈ, ਤਿੰਨਾਂ ਸ਼ਬਦਾਂ ਨੂੰ ਬਾਣੀ ਨੇ ਇਕੱਠਿਆਂ ਬਹੁਤ ਵਾਰ ਲਿਖਿਆ। ਇੱਥੇ ਵੀ ਤਿੰਨੇ ਸ਼ਬਦ ਇਕੱਠੇ ਨੇ, ਰਿੱਧ ਕਰਮਣਾ ਬਚਸਾ, ਹਿਰਦੇ ਕਰਕੇ, ਕਰਮ ਕਰਕੇ, ਬਚਸਾ ਬਚਨ ਕਰਕੇ। ਕਹਿੰਦੇ ਨੇ ਉਸ ਪਰਮੇਸ਼ਰ ਵਾਹਿਗੁਰੂ ਦੀ ਯਾਦ ਵਿੱਚ ਜੋੜ ਤੇ ਉਸ ਦੇ ਗੁਣਾਂ ਨੂੰ ਹਿਰਦਾ ਕਰਕੇ, ਭਾਵ ਮਨ ਕਰਕੇ, ਬੋਲ ਕਰਕੇ ਤੇ ਕਰਮ ਕਰਕੇ ਇੰਪਲੀਮੈਂਟ ਕਰ, ਜੀਵਨ ਵਿੱਚ ਉਹਦਾ ਅਭਿਆਸ ਕਰ। ਜੋਗੇਨ ਕਿੰਗ, ਕਿੰਗ ਸ਼ਬਦ ਜਦੋਂ ਸੰਸਕ੍ਰਿਤ ਵਿੱਚ ਆਉਂਦਾ ਹੈ ਤੇ ਇਸ ਦਾ ਭਾਵ ਹੁੰਦਾ ਹੈ, ਕੀ ਅਰਥ ਹੈ ਇਸ ਦਾ ਭਾਵ, ਇਹਦਾ ਕੋਈ ਮਤਲਬ ਨਹੀਂ। ਕਿੰਗ ਕੀ ਅਰਥ ਹੈ, ਕੀ ਮਤਲਬ ਹੈ, ਭਾਵ ਇਹਦਾ ਕੋਈ ਮਤਲਬ, ਕੋਈ ਇਹਦੇ ਵਿੱਚੋਂ ਅਰਥ ਜਾਂ ਕੋਈ ਇਹਦੇ ਵਿੱਚੋਂ ਫਾਇਦਾ ਜਾਂ ਕੋਈ ਲਾਭ ਨਹੀਂ ਨਿਕਲਣਾ। ਤੋ ਤਿੰਨਾਂ ਸ਼ਬਦਾਂ ਨਾਲ ਇੱਕ ਕਿੰਗ ਸ਼ਬਦ ਵਰਤਿਆ ਸੰਸਕ੍ਰਿਤ ਦਾ, ਜੋਗੇਨ ਕਿੰਗ। ਜੋਗ ਆਦਿਕ ਦਾ ਕੀ ਮਤਲਬ ਹੈ, ਭਾਵੇਂ ਜਿਹੜੇ ਯੋਗ ਦੀਆਂ ਸਾਧਨਾਵਾਂ, ਪ੍ਰਾਣਾਯਾਮ ਤੇ ਕਰਮ ਕਾਂਡ ਕਰਦਾ ਫਿਰਦਾ, ਤਿਆਗ ਵਿਖਾਉਂਦਾ ਫਿਰਦਾ, ਇਹਦਾ ਕੋਈ ਮਤਲਬ ਨਹੀਂ। ਜਗੇਨ ਕਿੰਗ, ਜਿਹੜੇ ਜਗ ਆਦਿਕ ਕਰਦਾ ਫਿਰਦਾ, ਹਵਨ ਕਰਦਾ, ਜਗ ਕਰਦਾ, ਅਹੂਤੀਆਂ ਪਾਉਂਦਾ, ਮੰਤਰ ਪੜ੍ਹਦਾ ਤੇ ਗੈਬੀ ਤਾਕਤਾਂ ਨੂੰ ਖੁਸ਼ ਕਰਨ ਦੇ ਆਹਰ ਵਿੱਚ ਕਿਸੇ ਅਰਥ ਨਹੀਂ ਇਹ ਸਾਰੇ ਕੰਮ। ਫਿਰ ਕਹਿੰਦੇ ਨੇ ਦਾਨੇਨ ਕਿੰਗ ਤਪਸਾ, ਦਾਨ ਆਦਿਕ ਦੇਣਾ ਹੈ ਇਸ ਕਰਕੇ ਵੀ ਅੱਗੇ ਵੱਧ ਮਿਲੇਗਾ, ਸੰਸਾਰ ਸ਼ੋਭਾ ਕਰੇਗਾ, ਸਵਰਗ ਇਸ ਭਾਵਨਾ ਨਾਲ ਜਿਹੜੇ ਹੱਥੋਂ ਦਾਨ ਦੇਣਾ, ਕਰਮ ਕਾਂਡੀ ਸੋਚ ਰੱਖ ਕੇ, ਕਿਸੇ ਅਰਥ ਨਹੀਂ। ਚੌਥਾ ਸ਼ਬਦ ਕੀ ਹੈ, ਤਪਸਾ, ਤਾਪ ਆਦਿਕ ਕਰਦਾ, ਦੇਹੀ ਖਪਾਉਣਾ, ਸਰੀਰ ਨੂੰ ਦੁੱਖ ਦੇਣਾ, ਇਹਨਾਂ ਦਾ ਵੀ ਕੋਈ ਲਾਭ ਨਹੀਂ। ਕਰਨਾ ਕੀ ਹੈ, ਪਰਮੇਸ਼ਰ ਦੇ ਜਿਹੜੇ ਨਿਜ ਭਗਤ ਹਨ ਉਹ ਐਸੇ ਫੋਕਟ ਕਰਮ ਕਾਂਡੀ ਮਾਰਗ ਉੱਤੇ ਨਹੀਂ ਤੁਰਦੇ। ਫਰਮਾਉਂਦੇ ਨੇ ਗੋਬਿੰਦ, ਸ੍ਰਿਸ਼ਟੀ ਦੇ ਸਿਰਜਣਹਾਰ, ਗੋਬਿੰਦੇਤ, ਇਹਨੂੰ ਸ਼ਬਦ ਨੂੰ ਵੀ ਸੰਯੁਕਤ ਨੂੰ ਤੋੜ ਲਿਆ ਜਾਏ ਤੇ ਭਾਵ ਹੈ ਗੋਬਿੰਦਿਤ, ਇਸ ਐਸੇ ਗੋਬਿੰਦ ਨੂੰ, ਐਸੇ ਪਰਮੇਸ਼ਰ ਨੂੰ ਯਾਦ ਕਰ, ਜਪ ਨਰ, ਹੇ ਮਨੁੱਖ ਜਪ ਦ੍ਰਿੜ ਕਰ ਉਸ ਦੇ ਗੁਣਾਂ ਨੂੰ, ਸਕਲ ਸਿੱਧ ਪਦੰ, ਸਕਲ ਦਾ ਮਤਲਬ ਹੈ ਸਾਰੇ, ਪਦੰ ਮਤਲਬ ਸਿੱਧ ਮਤਲਬ ਸਿੱਧੀਆਂ, ਪਦੰ ਮਤਲਬ ਟਿਕਾਣਾ ਬਣਾਉਣ ਵਾਲੀਆਂ, ਜਿਸ ਦੇ ਕੋਲ ਸਾਰੀਆਂ ਹੀ ਸਿੱਧੀਆਂ, ਭਾਵ ਸਾਰੀਆਂ ਹੀ ਬਰਕਤਾਂ ਜਿਸ ਦੇ ਕੋਲ ਮੌਜੂਦ ਨੇ, ਐਸੇ ਪਰਮੇਸ਼ਰ ਨੂੰ ਯਾਦ ਕਰ ਜੋ ਸ੍ਰਿਸ਼ਟੀ ਦਾ ਸਿਰਜਕ ਹੈ। ਜੈ ਦੇਵ ਆਇਓ ਤਸ ਸਫੁਟੰ, ਤਸ ਮਤਲਬ ਤੈਸੇ, ਤਸ ਉਸ ਦੇ, ਪਰਮੇਸ਼ਰ ਦੇ ਦਰ ਉਤੇ, ਸਫੁਟੰਗ ਦਾ ਮਤਲਬ ਹੁੰਦਾ ਹੈ ਲੋਕ ਲਾਜ ਲਾ ਕੇ, ਸੰਗ ਲਾ ਕੇ, ਲੋਕ ਲਾਜ ਛੱਡ ਕੇ, ਜ਼ਾਹਰਾ ਤੌਰ ਤੇ ਖੁੱਲਮ ਖੁੱਲਾ। ਜੈ ਦੇਵ ਆਇਓ ਤਸ ਸਫੁਟੰਗ, ਜੈ ਦੇਵ ਖੁੱਲਮ ਖੁੱਲਾ ਐਲਾਨੀਆਂ, ਬਿਨਾਂ ਕਿਸੇ ਭਰਮ ਦੇ, ਬਿਨਾਂ ਕਿਸੇ ਲਾਲਚ ਦੇ, ਬਿਨਾਂ ਕਿਸੇ ਡਰ ਦੇ, ਲੋਕ ਲਾਜ ਦੇ, ਬਿਨਾਂ ਸੰਗ ਦੇ, ਮੈਂ ਕੇਵਲ ਉਸ ਨੂੰ ਸਮਰਪਿਤ ਹੋ ਕੇ ਉਹਦੀ ਸ਼ਰਨ ਵਿੱਚ ਆਇਆ ਹਾਂ। ਭਾਵ ਭੂਤ ਸਰਬਗਤਨ, ਜੋ ਹੁਣ ਵੀ ਹੈ, ਜੋ ਬੀਤੇ ਵਿੱਚ ਵੀ ਸੀ ਤੇ ਜੋ ਹਰ ਜਗ੍ਹਾ ਦੇ ਉੱਤੇ ਹੈ, ਹਰ ਜਗ੍ਹਾ ਤੇ ਪਹੁੰਚ ਰੱਖਣ ਵਾਲਾ ਹੈ, ਮੈਂ ਐਸੇ ਪਰਮੇਸ਼ਰ ਦੇ ਗੁਣਾਂ ਦੀ ਸ਼ਰਨ ਵਿੱਚ ਹਾਂ, ਆਪਾ ਭਾਵ ਸਮਰਪਣ ਕਰਦਾ ਹਾਂ। ਸਤਿਗੁਰੂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।